ਬ੍ਰਹਮਪੁਰਾ ਦੇ ਤੁਸੀਂ ਸਾਥੀ ਰਹੇ ਹੋ, ਟਕਸਾਲੀ ਪਾਰਟੀ ਦਾ ਹਿੱਸਾ ਰਹੇ ਹੋ ਕਾਫੀ ਸਮਾਂ, ਕਿਉਂਕਿ ਹੁਣ ਬ੍ਰਹਮਪੁਰਾ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਪਾਰਟੀ ਚਾਹ ਸਕਦੇ ਨੇ? ਢੀਂਡਸਾ ਸਾਹਿਬ ਨੂੰ ਕਹਿ ਵੀ ਦਿੱਤਾ ਕਿ ਤੁਸੀਂ ਪ੍ਰਧਾਨ ਬਣ ਜਾਓ, ਪਰ ਕਹਿੰਦੇ ਪ੍ਰਧਾਨ ਤੁਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬਣ ਜਾਓ, ਸਾਡੇ 'ਚ ਸ਼ਾਮਲ ਹੋ ਜਾਓ। ਉਹਨਾਂ ਨੇ ਇਹ ਕਹਿ ਦਿੱਤਾ ਵੀ ਜੀ ਸਵੇਰੇ ਤੁਸੀਂ ਕੋਈ ਪਾਰਟੀ ਨਾ ਬਣਾਓ, ਸਵੇਰ ਦੀ ਮੀਟਿੰਗ ਮੁਲਤਵੀ ਕਰ ਦਿਓ। ਇਹ ਕਿਤੇ ਹੋ ਸਕਦਾ? ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਵੀ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਤੇ ਜਿਹੜੇ ਯੋਗਤਾ ਹੈ ਜਿਨ੍ਹਾਂ ਦੀ ਉਹ ਡੀਸੀ ਨੇ ਤੈਅ ਕਰਨੀ ਉਹਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਊ। ਪਰ ਤੁਹਾਨੂੰ ਲੱਗਦਾ ਮਾਮਲਾ ਫਿਰ ਹੁਣ ਮੁਆਵਜ਼ਾ ਦੇ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਇੱਕ ਤਰ੍ਹਾਂ ਦੀ ਫਿਰ यार 150 सिवा बढ़िया होवे स्टेट च मासूम लोगों का जहरीली शराब पी के, और तू शराब का मंत्रियों में, आबकारी मंत्रियों में, तू पुलिस का मंत्रियों में, और तेरी अख खुले 10 दिन बाद। ਸੁਖਬੀਰ ਦਾ ਇਲਜ਼ਾਮ ਆ ਹਮੇਸ਼ਾ ਢੀਂਡਸਾ ਧੜੇ ਤੇ ਵੀ ਇਹ ਕੈਪਟਨ ਸਰਕਾਰ ਦੇ ਖਿਲਾਫ ਨਹੀਂ ਬੋਲਦੇ, ਉਹਦੇ ਖਿਲਾਫ ਧਰਨਾ ਨਹੀਂ ਲਾਉਂਦੇ। ਆਉਣ ਵਾਲੇ ਦਿਨਾਂ ਚਲਾ ਸਕਦੇ ਹੋ ਸਰਕਾਰ ਦੇ ਖਿਲਾਫ ਧਰਨਾ ਤੁਸੀਂ ਜੋ ਕੁਝ ਮੈਂ ਕਹਿਤਾ ਇਦੋਂ ਵੱਧ ਉਹ ਸੁਖਬੀਰ ਬੋਲ ਕੇ ਗਿਆ ਕਦੇ? ਪਾਰਟੀ ਵੱਲੋਂ ਵੀ ਕੋਈ ਐਲਾਨ ਹੋ ਸਕਦਾ ਧਰਨੇ ਲਾਉਣ ਦਾ ਸਰਕਾਰ ਖਿਲਾਫ? ਮੈਂ ਪਾਰਟੀ ਵੱਲੋਂ ਬੋਲ ਰਿਹਾ, ਉਹ ਜਦੋਂ ਧਰਨੇ ਦੇਣ ਉਹਨਾਂ ਲੋਕਾਂ ਦੇ ਘਰਾਂ ਵੱਲ ਨੂੰ ਤੁਰ ਪੈਂਦਾ। ਇਸ ਕਰਕੇ ਕਾਹਨੂੰ ਉਹਨੂੰ ਬਹੁਤਾ ਪਰੇਸ਼ਾਨ ਕਰਨਾ। ਪਲੈਨਿੰਗ ਕੀ ਆ ਐਸਜੀਪੀਸੀ ਚੋਣਾਂ ਲੜਨ ਦੀ ਜਾਂ ਰਾਜਨੀਤੀ ਦੀਆਂ ਚੋਣਾਂ ਲੜਨ ਦੀ? ਦੋਨੇ ਚੋਣਾਂ ਜਿੱਤਣੀਆਂ ਨੇ, ਦੋਨਾਂ 'ਚੋਂ ਬਾਦਲਾਂ ਨੂੰ ਖਦੇੜਨਾ। ਗੁਰਦੁਆਰੇ ਆਜ਼ਾਦ ਕਰਾਉਣੇ ਨੇ, ਫਿਰ ਪੰਜਾਬ ਆਜ਼ਾਦ ਕਰਾਉਣਾ, ਪੰਜਾਬ ਦੋਨਾਂ ਤੋਂ ਆਜ਼ਾਦ ਕਰਾਉਣਾ, ਕਾਂਗਰਸ ਮੁਕਤ ਬਾਦਲ ਮੁਕਤ। ਪਹਿਲਾਂ ਵੀ ਚੋਰੀ ਹੋਇਆ ਜਦੋਂ ਵੋਟਾਂ ਸੀਆਂ 2 ਸਾਲ ਪਹਿਲਾਂ, ਹੁਣ ਫਿਰ 2 ਸਾਲ ਰਹਿੰਦੇ ਨੇ ਵੋਟਾਂ ਨੂੰ, ਕਿਹਦੀ ਪਿੱਛੇ ਸਾਜ਼ਿਸ਼ ਲੱਗੀ? ਸੁਖਬੀਰ ਸਿੰਘ ਬਾਦਲ ਜਿਹੜੇ ਅੱਜ ਇੱਥੇ ਧਰਨਾ ਦੇਣ ਆਏ ਸੀ, ਇਹਨਾਂ ਦੇ ਪਿਤਾ ਜੀ ਮੁੱਖ ਮੰਤਰੀ ਸੀ, ਇਹ ਆਪ ਉਪ ਮੁੱਖ ਮੰਤਰੀ ਸੀ, ਗ੍ਰਹਿ ਮੰਤਰੀ ਵੀ ਸੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਬਰਾਮਦ ਨਹੀਂ ਕਰ ਸਕੇ, ਰੋਸ ਪ੍ਰਗਟ ਕਰ ਰਹੇ ਸੀ। ਉਹਨਾਂ ਤੇ ਪੁਲਿਸ ਤੋਂ ਗੋਲੀਆਂ ਚਲਵਾ ਕੇ ਉਹਨਾਂ ਨੂੰ ਸ਼ਹੀਦ ਕਰਵਾਇਆ। ਸੁਖਬੀਰ ਸਿੰਘ ਹੋਰਾਂ ਦੀ ਪੁਲਿਸ ਨੇ ਸ਼ਹੀਦ ਕੀਤੇ। ਚੋਰੀ ਹੋਏ ਨੇ, ਕਿੱਥੇ ਗਏ ਨੇ, ਉੱਥੇ ਅੱਗ ਲੱਗ ਕੇ ਵੀ ਸਰੂਪਾਂ ਦੀ ਬੇਅਦਬੀ ਹੋਈ। ਉਹਨਾਂ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਸੰਸਕਾਰ ਹੈ ਉਹ ਵੀ ਚੋਰੀ ਛਿਪੇ ਕੀਤਾ। ਬੁਰਜ ਜਵਾਹਰ ਸਿੰਘ ਵਾਲਾ ਪਛਚਾਤਾਪ ਕਦੋਂ ਕਰਨ ਜਾਣਗੇ? ਬਰਗਾੜੀ ਸ਼ਹੀਦ ਹੋਏ ਸਿੰਘਾਂ ਦਾ ਪਛਚਾਤਾਪ ਬਾਦਲ ਟੱਬਰ ਕਰੋ ਕਰੇਗਾ। ਔਰ ਇਹ ਸਿਲਸਿਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਚੋਰੀ ਹੋਣ ਦਾ, ਉਹ ਇਹਨਾਂ ਦੇ ਰਾਜ ਤੋਂ ਸ਼ੁਰੂ ਹੋਇਆ। ਇਹ ਉਸ ਸਰਾਪ ਦੇ ਭਾਗੀ ਨੇ। ਅਕਾਲੀ ਦਲ ਦੇ ਰਾਜ 'ਚ ਵੀ ਸਿੱਟਾਂ ਬਣੀਆਂ ਨੇ ਬੇਅਦਬੀ ਗੋਲੀकांड ਮਾਮਲੇ ਦੇ ਵਿੱਚ, ਕੈਪਟਨ ਦੇ ਰਾਜ 'ਚ ਵੀ। ਜੇਕਰ ਹੁਣ ਇਹ ਮਾਮਲੇ ਤੇ ਸਿੱਟ ਬਣਦੀ ਹੈ, ਤੁਹਾਨੂੰ ਲੱਗਦਾ ਵੀ ਸਿੱਖ ਕੌਮ ਨੂੰ ਇਨਸਾਫ ਮਿਲੂਗਾ? ਜੇ ਪੁਲਿਸ ਕਾਗਜ਼ ਨਹੀਂ ਦੇ ਰਹੀ, ਜਿਹੜੀ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਦੇ ਅੰਡਰ ਹੈ, ਤੇ ਫਿਰ ਸਮਝ ਨਹੀਂ ਆਉਂਦੀ ਅਮਰਿੰਦਰ ਸਿੰਘ ਕੀ ਖੇਡ ਖੇਡ ਰਿਹਾ। ਬੀਤੇ ਦਿਨੀ ਪਟਿਆਲਾ ਦੇ ਕਲਿਆਣ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਇੱਕ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਹੈ। ਹੁਣ ਉਹ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਵੱਲੋਂ ਪਟਿਆਲਾ ਦੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਬਰਾਮਦ ਕੀਤਾ ਜਾਵੇ। ਸਾਡੇ ਨਾਲ ਪਾਰਟੀ ਦੇ ਉਹਨਾਂ ਦੇ ਆਗੂ ਮੌਜੂਦ ਨੇ, ਵੀਰ ਦਵਿੰਦਰ ਸਿੰਘ, ਤੇ ਜ਼ਿਲ੍ਹੇ ਦੇ ਆਗੂ ਵੀ ਮੌਜੂਦ ਨੇ। ਕਈ ਗੱਲਬਾਤ ਕਰਦੇ ਉਹਨਾਂ ਨਾਲ। ਵੀਰ ਦਵਿੰਦਰ ਜੀ, ਸਰੂਪਾਂ ਪਹਿਲਾਂ ਵੀ ਚੋਰੀ ਹੋਇਆ ਜਦੋਂ ਵੋਟਾਂ ਸੀਆਂ 2 ਸਾਲ ਪਹਿਲਾਂ, ਹੁਣ ਫਿਰ 2 ਸਾਲ ਰਹਿੰਦੇ ਨੇ ਵੋਟਾਂ ਨੂੰ, ਕਿਹਦੀ ਪਿੱਛੇ ਸਾਜ਼ਿਸ਼ ਲੱਗਦੀ? ਦੇਖੋ, ਸਾਜ਼ਿਸ਼ ਤਾਂ ਕੋਈ ਹੈ ਬਹੁਤ ਵੱਡੀ, ਔਰ ਇਹ ਸਿਲਸਿਲਾ 5 ਸਾਲ ਤੋਂ ਸ਼ੁਰੂ ਹੋਇਆ ਹੈ। ਪਹਿਲੇ ਮਹਾਰਾਜ ਦੇ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ, ਔਰ ਉਹ ਚੋਰੀ ਕਰਨ ਤੋਂ ਬਾਅਦ ਇਸ਼ਤਿਹਾਰ ਲੱਗੇ ਬਰਗਾੜੀ ਵਿੱਚ, ਔਰ ਉਹ ਇਸ਼ਤਿਹਾਰ ਜਿਹੜੇ ਸੀ ਡੇਰਾ ਪ੍ਰੇਮੀਆਂ ਨੇ ਲਾਏ। ਨਾਲ ਲਿਖਿਆ ਗਿਆ ਕਿ ਜੇ ਫਲਾਣੀ ਤਰੀਕ ਤੱਕ ਕੰਡੀਸ਼ਨ ਰੱਖੀ, ਜੇ ਕੰਮ ਨਾ ਹੋਇਆ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਪੱਤਰਾ ਕਰਕੇ ਗਲੀਆਂ ਬਾਜ਼ਾਰਾਂ 'ਚ ਖੰਡਾਵਾਂਗੇ। ਜਿਹੜੀ ਤਰੀਕ ਉਹਨਾਂ ਨੇ ਦਿੱਤੀ ਉਸ 'ਤੇ ਸਭ ਕੁਝ ਭਾਣੇ ਵਰਤਾਤੇ। ਐਡਾ ਵੱਡਾ ਮੋਰਚਾ ਲੱਗਿਆ। ਸੁਖਬੀਰ ਸਿੰਘ ਬਾਦਲ ਜਿਹੜੇ ਅੱਜ ਇੱਥੇ ਧਰਨਾ ਦੇਣ ਆਏ ਸੀ, ਇਹਨਾਂ ਦੇ ਪਿਤਾ ਜੀ ਮੁੱਖ ਮੰਤਰੀ ਸੀ, ਇਹ ਆਪ ਉਪ ਮੁੱਖ ਮੰਤਰੀ ਸੀ, ਗ੍ਰਹਿ ਮੰਤਰੀ ਵੀ ਸੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਬਰਾਮਦ ਨਹੀਂ ਕਰ ਸਕੇ, ਨਾ ਦੋਸ਼ੀਆਂ ਨੂੰ ਫੜਿਆ ਇਹਨਾਂ ਨੇ। ਉਲਟਾ ਜਿਹੜੇ ਗੁਰਸਿੱਖ ਬਰਗਾੜੀ ਰੋਸ ਪ੍ਰਗਟ ਕਰ ਰਹੇ ਸੀ, ਉਹਨਾਂ ਤੇ ਪੁਲਿਸ ਤੋਂ ਗੋਲੀਆਂ ਚਲਵਾ ਕੇ ਉਹਨਾਂ ਨੂੰ ਸ਼ਹੀਦ ਕਰਵਾਇਆ। ਸੁਖਬੀਰ ਸਿੰਘ ਹੋਰਾਂ ਦੀ ਪੁਲਿਸ ਨੇ ਸ਼ਹੀਦ ਕੀਤੇ। ਉਹ ਹੁਣ 267 ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼੍ਰੋਮਣੀ ਕਮੇਟੀ ਦੀ ਜੋ ਪ੍ਰੈਸ ਹੈ, ਉੱਥੋਂ
ਗਾਇਬ ਹਨ। ਚੋਰੀ ਹੋਏ ਨੇ, ਕਿੱਥੇ ਗਏ ਨੇ, ਉੱਥੇ ਅੱਗ ਲੱਗ ਕੇ ਵੀ ਸਰੂਪਾਂ ਦੀ ਬੇਅਦਬੀ ਹੋਈ। ਉਹਨਾਂ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਸੰਸਕਾਰ ਹੈ ਉਹ ਵੀ ਚੋਰੀ ਛਿਪੇ ਕੀਤਾ, ਕਿਸੇ ਰਿਕਾਰਡ 'ਚ ਨਹੀਂ ਲਿਆਂਦੇ ਗਏ। ਅਸੀਂ ਸੁਖਬੀਰ ਬਾਦਲ ਨੂੰ ਇਹ ਪੁੱਛਣਾ ਚਾਹੁੰਦੇ ਹਾਂ, ਜਿਹੜੇ ਅੱਜ ਇੱਥੇ ਧਰਨਾ ਦੇ ਕੇ ਗਏ ਨੇ, ਚਲੋ ਚੰਗੀ ਗੱਲ ਹੈ, ਉਹਨਾਂ ਨੂੰ ਤਕਲੀਫ ਹੋਈ, ਪਰ ਬਿਹਤਰ ਇਹ ਹੁੰਦਾ ਕਿ ਇੱਥੇ ਆਉਣ ਤੋਂ ਪਹਿਲਾਂ, ਮੀਡੀਆ ਕੋਲ ਫੋਟੋਆਂ ਲਾਉਣ ਤੋਂ ਪਹਿਲਾਂ, ਡਰਾਮੇਬਾਜ਼ੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਲਿਆਣ ਪਿੰਡ ਦੇ ਉਸ ਗੁਰਦੁਆਰਾ ਸਾਹਿਬ 'ਚ ਜਾਣਾ ਚਾਹੀਦਾ ਸੀ। ਉੱਥੇ ਸੰਗਤਾਂ ਨੂੰ ਮਿਲਦੇ ਜਿੱਥੋਂ ਮਹਾਰਾਜ ਦੇ ਸਰੂਪ, ਇਹ ਮਿਨੀਏਚਰ ਬੀਡ ਸੀਗੀ, ਘੱਟੋ ਘੱਟ 100 ਸਾਲ ਪੁਰਾਣੀ ਸੀ, ਕਿਉਂਕਿ ਸੰਤ ਕਿਰਪਾਲ ਸਿੰਘ ਜੀ ਮਹਾਰਾਜ, ਉਹਨਾਂ ਨੂੰ ਗੁਜਰਿਆਂ ਨੂੰ 89 ਔਰ 80 ਸਾਲ ਹੋ ਗਏ, ਉਹਨਾਂ ਦੀ ਹੁਣ 80ਵੀਂ ਸ਼ਾਇਦ ਬਰਸੀ ਮਨਾਈ ਗਈ ਹੈ। ਉਦੋਂ ਪਹਿਲਾਂ ਉਹ ਇੱਥੇ ਆਏ, ਉਹਨਾਂ ਦੇ ਪਾਸ ਇਹ ਮਿਨੀਏਚਰ ਬੀਡ ਸੀ। ਜਦੋਂ ਉਹ ਫੌਜ 'ਚ ਸੇਵਾ ਕਰਦੇ ਸੀ, ਉਹ ਆਪਣੇ ਨਾਲ ਰੱਖਦੇ ਸੀ ਔਰ ਮੈਗਨੀਫਾਈਡ ਗਲਾਸ ਦੇ ਨਾਲ ਉਹਦੇ ਪਾਠ ਕਰਦੇ ਸੀ ਉਹਦੇ ਵਿੱਚੋਂ, ਸਮਝ ਗਏ ਨਾ। ਇਹ ਆਪਣੇ ਆਪ 'ਚ ਹੀ ਬੜੀ ਦੁਰਲੱਭ ਔਰ ਮੈਗਨੀਫਿਸੈਂਟ ਚੀਜ਼ ਸੀਗੀ, ਵਿਰਾਸਤੀ ਬੀਡ ਸੀਗੀ ਇੱਕ। ਉਸ ਬੀਡ ਦਾ ਚੋਰੀ ਹੋ ਜਾਣਾ ਜਾਂ ਉਹਦੀ ਡਿਸਅਪੀਅਰੈਂਸ ਹੋਣੀ, ਇਹ ਬੜਾ ਹੀ ਸੰਵੇਦਨਸ਼ੀਲ ਮਾਮਲਾ ਹੈ ਸਿੱਖਾਂ ਵਾਸਤੇ। ਔਰ ਮੈਂ ਤਾਂ ਤੁਹਾਡੇ ਰਾਹੀਂ ਸੁਖਬੀਰ ਨੂੰ ਪੁੱਛਣਾ ਚਾਹੁੰਦਾ ਭਈ ਇਹ ਬੁਰਜ ਜਵਾਹਰ ਸਿੰਘ ਵਾਲਾ ਪਸ਼ਚਾਤਾਪ ਕਦੋਂ ਕਰਨ ਜਾਣਗੇ? ਬਰਗਾੜੀ ਸ਼ਹੀਦ ਹੋਏ ਸਿੰਘਾਂ ਦਾ ਪਸ਼ਚਾਤਾਪ ਬਾਦਲ ਟੱਬਰ ਕਰੋ ਕਰੇਗਾ? 267 ਮਹਾਰਾਜ ਦੇ ਸਰੂਪ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ੇਰੇ ਹਿਫਾਜ਼ਤ ਸਨ, ਉਹਨਾਂ ਦਾ ਪਸ਼ਚਾਤਾਪ ਇਸ ਸਮੂਹਕ ਤੌਰ 'ਤੇ ਕਦ ਕਰਨਗੇ? ਇਹਨਾਂ ਦੀ ਸ਼੍ਰੋਮਣੀ ਕਮੇਟੀ, ਇਹ ਆਪ, ਠੀਕ ਹੈ ਨਾ। ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿਹਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ, ਅਸੀਂ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਕਰਾ ਰਹੇ ਹਾਂ ਪਸ਼ਚਾਤਾਪ ਦੇ ਤੌਰ 'ਤੇ। ਪਹਿਲਾ ਅਖੰਡ ਪਾਠ ਸਾਹਿਬ ਅਸੀਂ ਗੁਰਦੁਆਰਾ ਮੱਸੂਆਣਾ ਸਾਹਿਬ 1 ਤਰੀਕ ਨੂੰ ਭੋਗ ਪਏ ਨੇ, 1 ਅਗਸਤ ਨੂੰ, ਔਰ ਦੂਜਾ ਕੱਲ੍ਹ ਭੋਗ ਹੈ ਹੁਸ਼ਿਆਰਪੁਰ, ਫਿਰ 17 ਤਾਰੀਖ ਨੂੰ। ਇਹ ਸਿਲਸਿਲਾ ਚੱਲਦਾ ਰਹੇਗਾ ਪਸ਼ਚਾਤਾਪ ਦਾ। ਪਰ ਇੰਨੀ ਇੱਕ ਦੁਖਦਾਈ ਘਟਨਾ ਹੈਗੀ ਹੈ, ਔਰ ਇਹ ਸਿਲਸਿਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਚੋਰੀ ਹੋਣ ਦਾ, ਉਹ ਇਹਨਾਂ ਦੇ ਰਾਜ 'ਚੋਂ ਸ਼ੁਰੂ ਹੋਇਆ। ਇਹ ਉਸ ਸਰਾਪ ਦੇ ਭਾਗੀ ਨੇ, ਇਹਨਾਂ ਨੂੰ ਗੁਰੂ ਮਹਾਰਾਜ ਦਾ ਸਰਾਪ ਪਊਗਾ, ਇਹਨਾਂ ਨੂੰ ਸ਼ਬਦ ਦਾ ਸਰਾਪ ਪਏਗਾ। ਔਰ ਇਹ ਜਿਹੜੇ ਆਪਟਿਕਸ ਕਰਦੇ ਫਿਰਦੇ ਨੇ, ਇਹਦੀ ਕੋਈ ਤੁਕ ਨਹੀਂ ਬਣਦੀ। ਪਹਿਲਾਂ 267 ਬੀੜਾਂ ਦਾ ਮਹਾਰਾਜ ਦੀਆਂ ਦਾ ਉਹਦਾ ਪਸ਼ਚਾਤਾਪ ਕਰੇ ਟੱਬਰ, ਫਿਰ ਲੋਕਾਂ 'ਚ ਆਉਣ। ਜਿਹੜੇ ਸਰੂਪ ਚੋਰੀ ਹੋਇਆ, ਤੁਸੀਂ ਕੀ ਮੰਗ ਕਰਦੇ ਹੋ ਪਟਿਆਲਾ ਦੇ ਐਸਐਸਪੀ ਤੋਂ? ਅਸੀਂ ਤਾਂ ਇਹ ਮੰਗ ਕੀਤੀ ਹੈ, ਸਾਡਾ ਜਿਹੜਾ ਮੈਮੋਰੈਂਡਮ ਸੀ ਉਹ ਡੀਜੀਪੀ ਨੂੰ ਐਡਰੈਸਡ ਹੈ। ਅਸੀਂ ਉਹਨਾਂ ਨੂੰ ਕਿਹਾ ਵੀ ਆਈਜੀ ਪੱਧਰ ਦਾ ਇੱਕ ਅਫਸਰ ਜਿਹੜਾ ਗੁਰਸਿੱਖ ਵੀ ਹੋਵੇ, ਸੰਵੇਦਨਸ਼ੀਲ ਹੋਵੇ, ਜਿਹਦੇ ਅੰਦਰ ਧਰਮ ਦਾ ਭੈ ਹੋਵੇ ਔਰ ਗੁਰੂ ਮਹਾਰਾਜ ਵਿੱਚ ਆਸਥਾ ਰੱਖਦਾ ਹੋਵੇ, ਇਹੋ ਜਿਹੇ ਅਫਸਰ ਦੇ ਸਪੁਰਦ ਇਹ ਸਾਰੀ ਜਿਹੜੀ ਤਫਤੀਸ਼ ਆ ਇਹ ਕੀਤੀ ਜਾਏ। ਔਰ SIT ਜਿਹੜੀ ਹੈ ਉਹ IG ਦੇ ਅੰਡਰ ਬਣਾਈ ਜਾਏ। ਛੇਤੀ ਤੋਂ ਛੇਤੀ ਮਹਾਰਾਜ ਦੇ ਸਰੂਪ ਜਿਹੜੇ ਨੇ ਉਹਨਾਂ ਨੂੰ ਬਰਾਮਦ ਕੀਤਾ ਜਾਏ। ਇਹ ਸਾਜ਼ਿਸ਼ ਚਾਹੇ ਅੰਦਰੋਂ ਹੋਈ ਹੈ ਚਾਹੇ ਬਾਹਰੋਂ ਹੋਈ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਖਲਾਫ ਜੋ ਸਾਜ਼ਿਸ਼ਾਂ ਹੋ ਰਹੀਆਂ ਉਹ ਕਤਈ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਅਕਾਲੀ ਦਲ ਦੇ ਰਾਜ 'ਚ ਵੀ ਸਿੱਟਾਂ ਬਣੀਆਂ ਨੇ ਬੇਅਦਬੀ ਗੋਲੀकांड ਮਾਮਲੇ ਦੇ ਵਿੱਚ, ਕੈਪਟਨ ਦੇ ਰਾਜ 'ਚ ਵੀ। ਜੇਕਰ ਹੁਣ ਇਹ ਮਾਮਲੇ 'ਤੇ ਸਿੱਟ ਬਣਦੀ ਹੈ, ਤੁਹਾਨੂੰ ਲੱਗਦਾ ਵੀ ਸਿੱਖ ਕੌਮ ਨੂੰ ਇਨਸਾਫ ਮਿਲੂਗਾ? ਦੇਖੋ, ਗੱਲ ਇਹ ਹੈ ਭਈ ਸਿੱਟਾਂ ਬਣਦੀਆਂ ਜਿਹੜੀਆਂ ਅਕਾਲੀ ਦਲ ਵੇਲੇ ਬਣੀਆਂ ਸਿੱਟਾਂ, ਉਹ ਵੀ ਕਿਸੇ ਸਿੱਟੇ 'ਤੇ ਨਹੀਂ ਪਹੁੰਚੀਆਂ। ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਟਾਂ ਬਣਾਈਆਂ, ਉਹ ਵੀ ਕਿਸੇ ਸਿੱਟੇ 'ਤੇ ਨਹੀਂ ਪਹੁੰਚੀਆਂ। ਅਸੀਂ ਹੁਣ ਇਹਦੀ ਅੱਜ ਸਿੱਧੇ ਤੌਰ 'ਤੇ ਅਸੀਂ ਨਹੀਂ ਸੀ ਕਹਿ ਸਕਦੇ ਵੀ ਇਹਦੀ ਵੀ ਪੜਤਾਲ CBI ਕਰੇ, ਨਹੀਂ ਲੋਕਾਂ ਨੇ ਕਹਿਣਾ ਸੀ ਹਰ ਮਾਮਲਾ CBI ਪਾਸ ਲੈ ਜਾਂਦੇ ਨੇ। ਲੇਕਿਨ ਜਿਹੜੀ ਅਸੀਂ ਤਾਂ ਥੋੜ੍ਹੇ ਦਿਨ ਪਹਿਲਾਂ ਗਵਰਨਰ ਨੂੰ ਮਿਲੇ ਹਾਂ, ਜਿਹੜੇ ਕੋਈ 150 ਦੇ ਕਰੀਬ ਲੋਕ ਮਰੇ ਨੇ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ, ਠੀਕ ਹੈ ਨਾ ਜੀ, ਉਹਦੇ ਬਾਰੇ ਅਸੀਂ ਮਿਲੇ ਹਾਂ। ਉਹਦੇ 'ਤੇ ਵੀ ਅਮਰਿੰਦਰ ਨੇ ਸਿੱਟ ਬਣਾਤੀ। ਨਾਲ ਹੀ ਅਮਰਿੰਦਰ ਨੇ ਕਮਿਸ਼ਨਰ ਜਲੰਧਰ ਨੂੰ ਕਹਿ ਦਿੱਤਾ ਮੈਜਿਸਟੀਰੀਅਲ ਇਨਕੁਆਇਰੀ ਕਰੇਗੀ। ਸਿੱਟ ਦਾ ਕੋਈ ਮਤਲਬ ਨਹੀਂ। ਇੱਕ ਸਿੱਟ ਨੇ ਜਿਹੜਾ ਬਾਦਲਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ, ਸਿੱਟ ਦੇ ਸਭ ਤੋਂ ਵੱਡੇ ਅਫਸਰ ਨੇ ਕੋਰਟ 'ਚ ਲਿਖ ਕੇ ਦੇ ਦਿੱਤਾ ਵੀ ਇਹ ਜੱਜ ਦੇ ਕੋਲ ਮੁਕੱਦਮਾ ਨਾ ਚੱਲੇ, ਕਿਉਂਕਿ ਇਹ ਜੱਜ ਜਿਹੜਾ ਹੈਗਾ ਇਹ ਬਾਦਲ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਆ ਜਾਂ ਉਹਨਾਂ ਦਾ ਰਿਸ਼ਤੇਦਾਰ ਹੈ, ਕਿਉਂਕਿ ਉਹ ਦੋਨੇ ਦੋਸ਼ੀ ਪਾਏ ਗਏ ਨੇ। ਸਿੱਟ ਦੀ ਤਫਤੀਸ਼ ਦੋਸ਼ੀ, ਇਸ ਕਰਕੇ ਮੁਕੱਦਮਾ ਇਸ ਬੰਦੇ ਤੋਂ ਟ੍ਰਾਂਸਫਰ ਕੀਤਾ ਜਾਏ।
ਇਹ ਸਿੱਟ ਨੇ ਲਿਖ ਕੇ ਦਿੱਤਾ। ਲੇਕਿਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਕਿ ਬਾਦਲ ਤਾਂ ਦੋਸ਼ੀ ਨਹੀਂ ਹਨ। ਫਿਰ ਉਸ ਸਿੱਟ ਦਾ ਕੋਈ ਮਤਲਬ ਰਹਿ ਗਿਆ? ਦੇਖੋ, ਇਹ ਤਾਂ ਸੁਣਿਆ ਕਿ ਕੋਰਟ ਮੋਨੀਟਰਡ ਪ੍ਰੋਬ, ਹਾਈ ਕੋਰਟ ਮੋਨੀਟਰਡ ਪ੍ਰੋਬ, ਸੁਪਰੀਮ ਕੋਰਟ ਮੋਨੀਟਰਡ ਪ੍ਰੋਬ। ਇਹ ਪਹਿਲੀ ਵਾਰੀ ਸੁਣਿਆ ਵੀ ਇਹ ਚੀਫ ਮਿਨਿਸਟਰ ਮੋਨੀਟਰਡ ਪ੍ਰੋਬਸ ਨੇ, ਕਿਉਂਕਿ ਜਿੱਧਰ ਨੂੰ ਮੈਨੂਪਲੇਟ ਕਰਨਾ ਉਧਰ ਨੂੰ ਚੀਫ ਮਿਨਿਸਟਰ ਨੇ ਕਰ ਲੈਣਾ। ਇਸ ਕਰਕੇ ਕੋਈ ਮਾਨਾ ਨਹੀਂ ਉਸ ਸਿੱਟ ਦਾ ਜਿਹੜੀ ਅਮਰਿੰਦਰ ਨੇ ਬਣਾਈ ਹੈ। ਅਸੀਂ ਡਿਮਾਂਡ ਕੀਤੀ ਹੈ ਕਿ ਉਹ ਸਿੱਧੇ ਤੌਰ 'ਤੇ ਪ੍ਰੋਬ CBI ਨੂੰ ਦਿਓ, ਨਾਲ ED ਨੂੰ ਦਿਓ, ਤਾਂ ਕਿ ਜਿਹੜਾ 1000 ਕਰੋੜ ਦਾ ਕਾਰੋਬਾਰ ਹੋਇਆ, 5000 ਕਰੋੜ ਦਾ ਘਾਟਾ ਪਿਆ ਐਕਸਾਈਜ਼ ਦਾ, ਔਰ 1000 ਕਰੋੜ ਦਾ ਕਾਰੋਬਾਰ ਤਾਂ ਰਾਜਪੁਰੇ ਦੀ ਜਿਹੜੀ ਅਵੈਧ ਡਿਸਟਿਲਰੀ ਸੀ ਉਹਦੇ ਤੋਂ ਹੋਇਆ। ਪੁਲਿਸ ਨੇ ਤਾਂ ਕਾਗਜ਼ਾਤ ਨਹੀਂ ਦਿੱਤੇ ਉਸ ਮੁਕੱਦਮੇ ਨਾਲ ਸੰਬੰਧਿਤ ED ਨੂੰ। ਜੇ ਪੁਲਿਸ ਕਾਗਜ਼ ਨਹੀਂ ਦੇ ਰਹੀ ਜਿਹੜੀ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਦੇ ਅੰਡਰ ਹੈ, ਤੇ ਫਿਰ ਸਮਝ ਨਹੀਂ ਆਉਂਦੀ ਅਮਰਿੰਦਰ ਸਿੰਘ ਕੀ ਖੇਡ ਖੇਡ ਰਿਹਾ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰ ਰਿਹਾ। ਸੋ ਇਹ ਜਿੰਨੇ ਮਾਫੀਏ ਨੇ, ਇਹਨਾਂ ਦੀਆਂ ਤਾਰਾਂ ਜਿਹੜੀਆਂ ਨੇ ਜਾਂ ਇੱਥੇ ਮੋਤੀ ਬਾਗ ਨਾਲ ਜੁੜਦੀਆਂ ਜਾਂ ਫਿਰ ਚੰਡੀਗੜ੍ਹ ਜਾ ਕੇ ਜੁੜਦੀਆਂ, ਇਹਨਾਂ ਦੇ ਹੀ MLA ਨੇ। ਸਮਝ ਗਏ ਨਾ? ਉਹ ਇੱਕ ਬੜਾ ਪਿਆਰਾ ਸ਼ੇਰ ਹੈ ਕਿ ਕਿਸਕੀ ਅਸੀਸ ਇਸ ਦੇ ਲਈ ਹੈ ਬਣ ਗਈ ਸਰਾਪ, ਮੇਰੇ ਹੀ ਘਰ ਖੁੱਲ੍ਹਦਾ ਕਿ ਕਿਉਂ ਹਰ ਦਰ ਮਜ਼ਾਰ ਦਾ। ਹਰ ਗੁਨਾਹ ਜਿਹੜਾ ਹੈਗਾ ਉਹਦਾ ਅੱਡਾ ਰਾਜਪੁਰਾ ਤੇ ਘਨੌਰ ਕਿਉਂ ਆ? ਇਹਦਾ ਜਵਾਬ ਤਾਂ ਦੇ ਚੀਫ ਮਿਨਿਸਟਰ। ਦੋਨੇ MLA ਇਹਨਾਂ ਦੇ, ਦੋਨੇ ਚਹੇਤੇ ਮੈਂਬਰ ਲੋਕ ਸਭਾ ਮਹਾਰਾਣੀ ਪ੍ਰਨੀਤ ਕੌਰ ਦੇ, ਦੋਨੇ ਹੀ ਚਹੇਤੇ ਚੀਫ ਮਿਨਿਸਟਰ ਦੇ। ਫਿਰ ਉਹਨਾਂ ਨੂੰ ਨਾ ਕੋਈ ਫੜਦਾ ਨਾ ਕੋਈ ਬੁਲਾਉਂਦਾ, ਉਲਟਾ ਸਾਰਾ ਕੁਛ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਮਾਮਲੇ ਨੂੰ। ਫਿਰੋਜ਼ਪੁਰ ਦੇ ਜਿਹੜੇ DIG ਨੇ ਹਰਦਿਆਲ ਸਿੰਘ ਮਾਨ, ਉਹਨਾਂ ਨੇ ਵੀ ਸਾਫ਼ ਕਿਹਾ ਵੀ ਰਾਜਪੁਰੇ ਤੋਂ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਆਈ ਸੀ। ਫਿਰ ਕਾਰਵਾਈ, ਕਿਉਂਕਿ ਜੇਕਰ ਰਾਜਪੁਰੇ ਦੇ ਵਿੱਚ ਚੱਲਦੀ ਸੀ ਫੈਕਟਰੀ, ਕਿਸੇ ਕਾਂਗਰਸ ਦੇ ਲੀਡਰ ਦੀ ਸਹਿਤ 'ਤੇ ਤਾਂ ਚੱਲਦੀ ਹੋਣੀ, ਕਾਰਵਾਈ ਕਿਉਂ ਨਹੀਂ ਹੋ ਰਹੀ? ਮੈਂ ਤਾਂ ਦੇਖੋ, ਮੈਨੂੰ ਦੱਸਿਆ ਗਿਆ, ਮੈਂ ਪੜ੍ਹਿਆ ਨਹੀਂ ਹੈ ਉਹ ਬਿਆਨ, ਬਈ ਜਿਹੜੇ SSP ਟਰਾਂਸਫਰ ਹੋਏ ਨੇ ਉਹਨਾਂ ਨੇ ਕਿਹਾ ਕਿ ਮੇਰੇ ਪਾਸ ਬੜੇ ਭੇਦ ਨੇ, ਪਰ ਮੈਂ ਹੁਣ ਕਿਉਂਕਿ ਟਰਾਂਸਫਰ ਹੋ ਚੁੱਕਿਆ ਹੁਣ ਮੈਂ ਬੋਲ ਨਹੀਂ ਸਕਦਾ। ਇਹਦਾ ਮਤਲਬ ਇਹ ਆ ਉਹਨਾਂ ਨੂੰ ਤਾਂ ਪਤਾ ਹੈ ਕਿ ਆਖਰ ਇਹ ਸਾਰਾ ਧੰਦਾ ਕੌਣ ਕਰ ਰਿਹਾ ਸੀ, ਕਿਉਂਕਿ ਰੂਲਿੰਗ ਪਾਰਟੀ ਇਨਵੋਲਡ ਹੈ ਸਿੱਧੇ ਤੌਰ 'ਤੇ, ਮਿਨਿਸਟਰ ਇਨਵੋਲਡ ਨੇ, MLA ਇਨਵੋਲਡ ਨੇ, ਐਡਵਾਈਜ਼ਰ ਇਨਵੋਲਡ ਨੇ। ਹੁਣ ਜਿਹੜੇ ਐਡਵਾਈਜ਼ਰਾਂ ਨਾਲ ਤੇ 2-2 3-3 ਗੱਡੀਆਂ ਕਮਾਂਡੋ ਦੀਆਂ ਜਾਂਦੀਆਂ ਨੇ ਔਰ ਕੰਮ ਉਹ ਕਰਦੇ ਨੇ ਮਾਫੀਆ ਦਾ, ਕਦੇ ਰੇਤੇ ਦੇ ਮਾਫੀਏ ਦੇ ਪੈਸੇ ਵਸੂਲਣ ਜਾਣਾ, ਕਦੇ ਸ਼ਰਾਬ ਦੇ ਮਾਫੀਏ ਦੇ ਵਸੂਲਣੇ ਨੇ, ਤੇ ਉਹਨਾਂ ਨੂੰ ਫੜੇਗਾ ਕੌਣ ਜੀ? ਇਹ ਤਾਂ ਲੋਕ ਫੜਨਗੇ। 2022 ਦੀਆਂ ਚੋਣਾਂ 'ਚ ਪਤਾ ਲੱਗੇਗਾ ਕਿਹੜੇ ਭਾਅ ਵਿਕਦੀ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਵੀ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ, ਤੇ ਜਿਹੜੇ ਯੋਗਤਾ ਜਿਨ੍ਹਾਂ ਦੀ ਉਹ DC ਨੇ ਤੈਅ ਕਰਨੀ, ਉਹਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਊ। ਪਰ ਤੁਹਾਨੂੰ ਲੱਗਦਾ ਮਾਮਲਾ ਫਿਰ ਹੁਣ ਮੁਆਵਜ਼ਾ ਦੇ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਇੱਕ ਤਰ੍ਹਾਂ ਦੀ? ਫਿਰ ਇਹ ਦੇਖੋ, ਪਹਿਲਾਂ ਤਾਂ ਇਹੀ ਗੱਲ ਬੜੇ ਦੁੱਖ ਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਉਹਨੂੰ ਕੱਢਣ ਲਈ, ਅਫਸੋਸ ਪ੍ਰਗਟ ਕਰਨ ਲਈ ਘੱਟੋ ਘੱਟ 100 ਮਾਸੂਮ ਬੰਦਾ ਪਹਿਲਾਂ ਮਰੇ, ਹਾਂਜੀ, ਤੇ ਘੱਟੋ ਘੱਟ ਹਫ਼ਤਾ 10 ਦਿਨ ਲੋਕ ਕੀਰ ਨੇ ਪਾਉਣ, ਵਿਲਕਣ, ਬੱਚੇ, ਮਾਵਾਂ, ਭੈਣਾਂ, ਧੀਆਂ, ਔਰ ਜਦ ਉਹਨਾਂ ਦੇ ਰੋ ਕੇ ਪਿੱਟ ਸਿਆਪਾ ਕਰਕੇ ਅਥਰੂ ਮੁੱਕ ਜਾਂਦੇ ਨੇ, ਫਿਰ ਅਮਰਿੰਦਰ ਸਿੰਘ ਅੰਗੜਾਈ ਲੈਂਦਾ, ਫਿਰ ਉੱਠਦਾ ਅਰੂਸਾ ਆਲਮ ਦੇ ਅਗੋਸ਼ ਚੋਂ ਵੀ ਚਲੋ ਹੁਣ ਮਾੜਾ ਮੋਟਾ ਆਪਾਂ ਵੀ ਸਫੇ ਮਾਤਮ 'ਤੇ ਬੈਠੇ ਆਈਏ। ਉਹ ਯਾਰ ਇੱਦਾਂ ਦੇ ਹੁੰਦੇ ਨੇ ਚੀਫ ਮਿਨਿਸਟਰ? ਇਹਨੂੰ ਤਾਂ ਉਸੇ ਰਾਤ ਉੱਥੇ ਪਹੁੰਚਣਾ ਚਾਹੀਦਾ ਸੀ, ਲੋਕਾਂ ਦੇ ਨਾਲ ਖੜਨਾ ਚਾਹੀਦਾ ਸੀ। ਯਾਰ ਉਹ 150 ਸਿਵਾ ਬੜਿਆ ਹੋਵੇ ਸਟੇਟ 'ਚ ਮਾਸੂਮ ਲੋਕਾਂ ਦਾ ਜ਼ਹਿਰੀਲੀ ਸ਼ਰਾਬ ਪੀ ਕੇ, ਔਰ ਤੂੰ ਸ਼ਰਾਬ ਦਾ ਮੰਤਰੀ ਹੋਵੇਂ, ਆਬਕਾਰੀ ਮੰਤਰੀ ਹੋਵੇਂ, ਤੂੰ ਪੁਲਿਸ ਦਾ ਮੰਤਰੀ ਹੋਵੇਂ, ਔਰ ਤੇਰੀ ਅੱਖ ਖੁੱਲ੍ਹੇ 10 ਦਿਨ ਬਾਅਦ। ਇਦੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ? ਅੱਜ ਕੀ ਕਰਨ ਗਿਆ ਉੱਥੇ? ਨਾਲੇ ਇਹ ਕੀ 5 ਲੱਖ ਕੀ? ਇਹ ਫੜੋ ਸਾਰੇ ਜਿੰਨੇ ਮਾਫੀਆ ਨੇ ਸ਼ਰਾਬ ਦੇ, ਡਿਸਟਿਲਰੀਆਂ ਵਾਲੇ, ਇਹਨਾਂ ਦੇ ਫੜ ਕੇ ਇਹਨਾਂ ਤੋਂ ਕਰੋੜਾਂ ਰੁਪਏ ਇਹਨਾਂ ਤੋਂ ਵਸੂਲ ਕਰੋ। ਜਿਹੜਾ 1000 ਕਰੋੜ ਰੁਪਈਆ ਉਹਨਾਂ ਨੇ ਕਮਾਇਆ, ਉਹ ਪੈਸਾ ਉਹਨਾਂ ਨੂੰ ਦਿਓ ਪਰਿਵਾਰਾਂ ਨੂੰ। 5 ਲੱਖ ਨਾਲ ਕੀ ਬਣ, ਦਿਓ ਉਹਨਾਂ ਨੂੰ ਕਰੋੜ ਰੁਪਈਆ। 150 ਪਰਿਵਾਰ ਦੇਖੋ, 116 ਬੰਦੇ ਤਾਂ ਉਹ ਨੇ ਜਿਨ੍ਹਾਂ ਦਾ ਸਰਕਾਰੀ ਫਹਿਰਿਸ਼ਤ ਵਿੱਚ ਨਾਂ, ਜਿਹੜੇ ਇਹਨਾਂ ਤੋਂ ਪਹਿਲਾਂ ਹੀ ਲੋਕਾਂ ਨੇ ਸੰਸਕਾਰ ਕਰਤੇ, ਉਹਨਾਂ ਦੀ ਲਿਸਟ ਕਿੰਨੀ ਹੈ? ਜਿਹੜੇ ਅੰਨੇ ਹੋ ਗਏ ਉਹਨਾਂ ਦੀ ਲਿਸਟ ਕਿੰਨੀ ਹੈ? ਹੁਣ ਜੇ ਸਰਕਾਰ ਹੀ ਹਿਆ ਦੇ ਅੰਨਿਆਂ ਦੀ ਹੋਵੇ ਤੇ ਫਿਰ ਲੋਕਾਂ ਨੂੰ ਇਨਸਾਫ ਕਿੱਥੋਂ ਮਿਲਣਾ?
ਸੁਖਬੀਰ ਬਾਦਲ ਦਾ ਇਲਜ਼ਾਮ ਆ ਹਮੇਸ਼ਾ ਢੀਂਡਸਾ ਧੜੇ ਤੇ ਵੀ ਇਹ ਕੈਪਟਨ ਸਰਕਾਰ ਦੇ ਖਿਲਾਫ ਨਹੀਂ ਬੋਲਦੇ, ਉਹਦੇ ਖਿਲਾਫ ਧਰਨਾ ਨਹੀਂ ਲਾਉਂਦੇ। ਆਉਣ ਵਾਲੇ ਦਿਨਾਂ ਚਲਾ ਸਕਦੇ ਹੋ ਸਰਕਾਰ ਦੇ ਖਿਲਾਫ ਧਰਨਾ ਤੁਸੀਂ ਜੋ ਕੁਝ ਮੈਂ ਕਹਿ ਦਿੱਤਾ ਇਦੋਂ ਵੱਧ ਉਹ ਸੁਖਬੀਰ ਬੋਲ ਕੇ ਗਿਆ ਕਦੇ? ਅਬ ਆ ਜਿਹੜੀਆਂ ਮੈਂ ਗੱਲਾਂ ਕਹੀਆਂ ਕਹਾਓ, ਸੁਖਬੀਰ ਨੂੰ ਕਹੋ। ਉਹਦੀ ਚਾਚੀ ਲੱਗਦੀ ਹੈ ਰੂਸਾ ਆਲਮ, ਇੱਕ ਦਿਨ ਨਹੀਂ ਬੋਲਿਆ ਹੁਣ ਤੱਕ, 3 ਸਾਲ ਹੋ ਗਏ। ਉਹਨੂੰ ਲੈ ਗਈ ਕੱਢ ਕੇ ਚੀਫ ਮਿਨਿਸਟਰ ਨੂੰ ਸਰਕਾਰੀ ਨਿਵਾਸ ਸਥਾਨ ਤੋਂ। ਉਹ ਸਭ ਤੋਂ ਵੱਡੀ ਸਰਗੁਣੀ ਹੈ। ਇਹ ਬੋਲਦੇ ਨਹੀਂ ਸੁਖਬੀਰ ਹੋਣੀ। ਇਹਦੇ ਘਰ ਵਾਲੀ ਕਿਉਂ ਨਹੀਂ ਬੋਲਦੀ? ਇਹ ਕਿਉਂ ਨਹੀਂ ਇਨਕੁਆਇਰੀ ਕਰਾਉਂਦੇ? ਦੱਸਣ ਪੰਜਾਬ ਦੇ ਲੋਕਾਂ ਨੇ ਕੌਣ ਹੈ ਇਹ, ਕਿਉਂ ਬੈਠੀ ਹੈ 3 ਸਾਲ ਦੀ? ਇਹ ਕੈਪਟਨ ਦੇ ਖਿਲਾਫ ਬੋਲ ਰਹੇ ਆ ਨਾ, ਇਦੋਂ ਵੱਧ ਬੋਲੇ ਸੁਖਬੀਰ। ਪਾਰਟੀ ਵੱਲੋਂ ਵੀ ਕੋਈ ਐਲਾਨ ਹੋ ਸਕਦਾ ਧਰਨੇ ਲਾਉਣ ਦਾ ਸਰਕਾਰ ਖਿਲਾਫ? ਮੈਂ ਪਾਰਟੀ ਵੱਲੋਂ ਬੋਲ ਰਿਹਾ, ਸਭ ਕੁਝ ਹੋਏਗਾ, ਸਭ ਕੁਝ ਕਰਾਂਗੇ। ਦੇਖੋ ਅਸੀਂ 3 ਦਿਨ ਪਹਿਲਾਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ। ਅੱਜ ਅਸੀਂ ਇੱਥੇ ਮੈਮੋਰੈਂਡਮ ਦੇ ਕੇ ਆਏ ਹਾਂ। ਇਹ ਪਾਰਟੀ ਵੱਲੋਂ ਕਰ ਰਹੇ ਹਾਂ। ਕੱਲ ਪਰਮਿੰਦਰ ਸਿੰਘ ਢੀਂਡਸਾ ਇਹ ਸਾਰੇ ਸਾਥੀ ਕਲਿਆਣ ਗੁਰਦੁਆਰਾ ਸਾਹਿਬ ਜਾ ਕੇ ਆਏ ਨੇ। ਸਮਝ ਗਏ ਨਾ? ਅਸੀਂ ਜੋ ਕੁਝ ਹੋਏਗਾ ਅਸੀਂ ਕਰਾਂਗੇ। ਕੱਲ ਜਸਟਿਸ ਆਪਣਾ ਨਿਰਮਲ ਸਿੰਘ ਤੁਹਾਡੇ ਪਾਰਟੀ ਦੇ ਵਿੱਚ ਆਏ ਨੇ। ਹੋਰ ਵੀ ਕਿਹੜੇ ਲੀਡਰ ਤੁਹਾਡੀ ਪਾਰਟੀ ਦੇ ਵਿੱਚ ਆ ਸਕਦੇ ਨੇ ਕੁਝ? ਦੇਖੋ ਸਾਡੇ ਕੋਲ ਬਹੁਤ ਲੰਬੀ ਸੂਚੀ ਹੈ, ਪਰ ਉਹ ਸੂਚੀ ਹਲੇ ਜ਼ਾਹਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਆਪਣਾ ਸੁਖਬੀਰ ਸਿੰਘ ਬਾਦਲ ਨੂੰ ਬਿਨਾਂ ਵਕਤ ਤੋਂ ਮਰੋੜੇ ਲੱਗਣ, ਕਿਉਂਕਿ ਉਹਨੂੰ ਤਾਂ ਜਦੇ ਮਰੋੜੇ ਲੱਗ ਜਾਂਦੇ ਨੇ। ਉਹ ਜਦੇ ਧਰਨੇ ਦੇਣ ਉਹਨਾਂ ਲੋਕਾਂ ਦੇ ਘਰਾਂ ਵੱਲ ਨੂੰ ਤੁਰ ਪੈਂਦਾ। ਇਸ ਕਰਕੇ ਕਾਹਨੂੰ ਉਹਨੂੰ ਬਹੁਤਾ ਪਰੇਸ਼ਾਨ ਕਰਨਾ। ਤੁਹਾਨੂੰ ਤਾਂ ਸਭ ਸਾਨੂੰ ਦੱਸਣਾ ਹੀ ਪੈਣਾ। ਜਦੋਂ ਬੰਦੇ ਆਉਣਗੇ ਤੁਹਾਡੇ ਸਾਹਮਣੇ ਪੇਸ਼ ਕਰਾਂ। ਪਲੈਨਿੰਗ ਕੀ ਆ SGPC ਚੋਣਾਂ ਲੜਨ ਦੀ ਜਾਂ ਰਾਜਨੀਤੀ ਦੀਆਂ ਚੋਣਾਂ ਲੜਨ ਦੀ? ਦੋਵੇਂ। ਜੇ SGPC ਪਹਿਲਾਂ ਆ ਗਈ, ਪਹਿਲਾਂ SGPC ਲੜਾਂਗੇ, ਉਸ ਤੋਂ ਬਾਅਦ ਅਸੈਂਬਲੀ ਲੜਾਂਗੇ। ਦੋਨੇ ਚੋਣਾਂ ਜਿੱਤਣੀਆਂ ਨੇ, ਦੋਨਾਂ 'ਚੋਂ ਬਾਦਲਾਂ ਨੂੰ ਖਦੇੜਨਾ ਹੈ। ਬਸ 1 ਪੁਆਇੰਟ ਪ੍ਰੋਗਰਾਮ। ਗੁਰਦੁਆਰੇ ਆਜ਼ਾਦ ਕਰਾਉਣੇ ਨੇ, ਫਿਰ ਪੰਜਾਬ ਆਜ਼ਾਦ ਕਰਾਉਣਾ। ਪੰਜਾਬ ਦੋਨਾਂ ਤੋਂ ਆਜ਼ਾਦ ਕਰਾਉਣਾ। ਕਾਂਗਰਸ ਮੁਕਤ, ਬਾਦਲ ਮੁਕਤ ਪੰਜਾਬ, ਇਹ ਲੋਕਾਂ ਨੂੰ ਦੇਣਾ ਹੈ ਸਾਡਾ ਨਾਅਰਾ। ਇੱਕ UAPA ਕਾਨੂੰਨ ਦੇ ਤਹਿਤ ਸਿੱਖ ਨੌਜਵਾਨਾਂ ਨੂੰ ਝੂਠਾ ਫਸਾਇਆ ਜਾ ਰਿਹਾ। ਪੰਜਾਬ ਦੇ ਵਿੱਚ ਕਾਫੀ ਨੌਜਵਾਨਾਂ ਝੂਠੇ ਪਰਚੇ ਦਰਜ ਹੋਏ ਨੇ, ਕੀ ਕਹਿਣਾ ਤੁਹਾਡਾ ਇਸ ਬਾਰੇ? ਉਹਦੇ ਬਾਰੇ ਅਸੀਂ ਛੇਤੀ ਮਿਲ ਰਹੇ ਹਾਂ DGP ਨੂੰ। ਹੋਮ ਮਿਨਿਸਟਰ ਤੋਂ ਅਸੀਂ ਟਾਈਮ ਮੰਗਿਆ, ਚਿੱਠੀ ਲਿਖ ਦਿੱਤੀ ਹੈ। ਹੋਮ ਮਿਨਿਸਟਰ ਨਾਲ ਅਸੀਂ SGPC ਦੀਆਂ ਚੋਣਾਂ ਦੀ ਵੀ ਡਿਮਾਂਡ ਕਰਨੀ ਹੈ। ਇਹ ਜਿਹੜਾ ਕਾਲਾ ਕਾਨੂੰਨ ਹੈ ਇਹਦੇ ਅਧੀਨ ਜਿਹੜੇ, ਕਿਉਂਕਿ ਉਹ NIA ਵੱਲੋਂ ਪਰਚੇ ਦਰਜ ਹੋ ਰਹੇ ਨੇ, ਉਹ ਅਸੀਂ ਹੋਮ ਮਿਨਿਸਟਰ ਨਾਲ ਟੇਕਅਪ ਕਰਾਂਗੇ। ਔਰ ਇਹਨਾਂ ਨੂੰ ਅਸੀਂ ਇੰਨੀ ਗੱਲ ਕਹਿੰਦੇ ਹਾਂ DGP ਨੂੰ ਕਿ ਪੂਰੀ ਤਰ੍ਹਾਂ ਇਨਵੈਸਟੀਗੇਟ ਕਰਨ, ਕਿਸੇ ਗਰੀਬ ਨਾਲ ਧੱਕਾ ਨਾ ਕਰਨ। ਉਹ ਗਰੀਬ ਪਰਿਵਾਰਾਂ ਦੇ ਲੜਕੇ ਨੇ, ਅਸੀਂ ਉਹਨਾਂ ਦੇ ਨਾਲ ਹਾਂ। ਜੇ ਕਿਸੇ ਦਾ ਕੋਈ ਸਿੱਧੇ ਤੌਰ ਤੇ ਕੋਈ ਕਸੂਰ ਹੈ, ਉਹਦੇ ਤੇ ਜੋ ਕਾਰਵਾਈ ਬਣਦੀ ਹੈ ਉਹ ਕਰੋ, ਲੇਕਿਨ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਏ। ਇਹ ਮਾਮਲਾ ਅਸੀਂ ਦੇਸ਼ ਦੇ ਗ੍ਰਹਿ ਮੰਤਰੀ ਨਾਲ ਟੇਕਅਪ ਕਰਾਂਗੇ। ਛੇਤੀ ਸਾਡੀ 5-7-10 ਦਿਨਾਂ 'ਚ ਠੀਕ ਹੋ ਜਾਣ, ਉਸ ਤੋਂ ਬਾਅਦ ਮੀਟਿੰਗ ਹੋਈ। ਬ੍ਰਹਮਪੁਰਾ ਦੇ ਤੁਸੀਂ ਸਾਥੀ ਰਹੇ ਹੋ, ਟਕਸਾਲੀ ਪਾਰਟੀ ਦਾ ਹਿੱਸਾ ਰਹੇ ਹੋ ਕਾਫੀ ਸਮਾਂ 'ਚ, ਕਿਉਂਕਿ ਹੁਣ ਬ੍ਰਹਮਪੁਰਾ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਪਾਰਟੀ 'ਚ? ਆ ਸਕਦੇ ਨੇ ਕੁਝ? ਦੇਖੋ ਗੱਲ ਇਹ ਹੈ ਵੀ ਮੈਂ ਬ੍ਰਹਮਪੁਰਾ ਸਾਹਿਬ ਬਾਰੇ ਕੋਈ ਗੱਲ ਕਹਿਣੀ ਨਹੀਂ ਚਾਹੁੰਦਾ। ਉਹ ਇੱਕ ਤਾਂ ਬਿਰਧ ਨੇ, ਇੱਕ ਬਿਮਾਰ ਨੇ, ਠੀਕ ਹੈ ਨਾ। ਅਸੀਂ ਪਿਛਲੇ ਦਸੰਬਰ 2019 ਤੋਂ ਇਹ ਆਸ਼ਾ ਲੈ ਕੇ ਕਿ ਸਾਰਾ ਪੰਥ ਇਕੱਠਾ ਕਰਨਾ ਬਾਦਲਾਂ ਦੇ ਖਿਲਾਫ, ਅਸੀਂ ਮੀਟਿੰਗਾਂ ਕਰ ਰਹੇ ਹਾਂ। ਪਹਿਲੀ ਮੀਟਿੰਗ ਬ੍ਰਹਮਪੁਰਾ ਸਾਹਿਬ ਦੇ ਇਨੀਸ਼ੀਏਟਿਵ ਤੇ ਅੰਮ੍ਰਿਤਸਰ ਹੋਈ। ਉਹਦੇ 'ਚ ਫੈਸਲਾ ਹੋਇਆ ਕਿ 2020 ਨੂੰ ਸ਼ਤਾਬਦੀ ਸ਼੍ਰੋਮਣੀ ਅਕਾਲੀ ਦਲ ਦੀ 1920 'ਚ ਸਥਾਪਨਾ ਹੋਈ ਸੀ, ਸਾਰਿਆਂ ਨੇ ਰਲ ਕੇ ਮਨਾਉਣੀ ਆ। ਇਹ ਲਗਭਗ ਅੰਦਰ ਫੈਸਲਾ ਹੋ ਗਿਆ ਸੀ ਕਿ ਢੀਂਡਸਾ ਸਾਹਿਬ ਨੂੰ ਅਸੀਂ ਅੱਗੇ ਲਾਉਣਾ ਹੈ। ਅੰਮ੍ਰਿਤਸਰ ਤੋਂ ਬਾਅਦ ਫਿਰ ਮੀਟਿੰਗ ਦਿੱਲੀ ਹੋਈ। ਉਹਦੇ 'ਚ ਅਸੀਂ ਸਾਰੇ ਸ਼ਾਮਲ ਹੋਏ, ਸਰਨਾ ਭਰਾ ਵੀ ਸ਼ਾਮਲ ਹੋਏ। ਮਨਜੀਤ ਸਿੰਘ GK ਨੇ ਉਹ ਮੀਟਿੰਗ ਕੀਤੀ, ਮੈਂ ਵੀ ਗਿਆ, ਢੀਂਡਸਾ ਸਾਹਿਬ ਵੀ ਗਏ, ਬ੍ਰਹਮਪੁਰਾ ਸਾਹਿਬ ਵੀ ਗਏ, ਸੇਵਾ ਸਿੰਘ ਸੇਖਵਾ ਵੀ ਗਏ, ਈਵਨ ਰਵੀ ਇੰਦਰ ਸਿੰਘ ਫਾਰਮਰ ਸਪੀਕਰ, ਸਾਰੇ ਅਸੀਂ ਸ਼ਾਮਲ ਹੋਏ। ਉੱਥੇ ਵੀ ਕੰਸੈਂਸਸ ਇਹ ਸੀ ਕਿ ਢੀਂਡਸਾ ਸਾਹਿਬ ਨੂੰ ਅੱਗੇ ਲਾਉਣਾ। ਉਸ ਤੋਂ ਬਾਅਦ ਇੱਕ ਜਲੰਧਰ ਮੀਟਿੰਗ ਹੋਈ। ਉਹਦੇ 'ਚ ਤਲਵੰਡੀ ਸਾਹਿਬ ਜਥੇਦਾਰ ਜਗਦੇਵ ਸਿੰਘ ਤਲਵੰਡੀ ਉਹਨਾਂ ਦੀ ਬੇਟੀ ਬੀਬੀ ਹਰਜੀਤ ਕੌਰ ਤਲਵੰਡੀ ਆਪਣੀਆਂ ਸਾਥਣਾਂ ਨਾਲ ਉਹ ਸ਼ਾਮਲ ਹੋਏ। ਉੱਥੇ ਵੀ ਅਸੀਂ ਸਾਰੇ ਸ਼ਾਮਲ ਹੋਏ। ਉਹ ਵੀ ਢੀਂਡਸਾ ਸਾਹਿਬ ਨਾਲ ਸ਼ਾਮਲ ਹੋਏ, ਲੇਕਿਨ ਅਸੀਂ ਸਾਰੇ ਉਹਨਾਂ ਦੇ ਸਤਿਕਾਰ ਵਾਸਤੇ ਉੱਥੇ ਪਹੁੰਚੇ। ਉਸ ਤੋਂ ਬਾਅਦ ਫਿਰ ਬ੍ਰਹਮਪੁਰਾ ਸਾਹਿਬ ਨੇ ਇੱਕ ਮੀਟਿੰਗ ਤਰਨਤਾਰਨ ਜ਼ਿਲ੍ਹੇ 'ਚ ਕੀਤੀ ਵੱਡੀ। ਉਹਦੇ 'ਚ ਫਿਰ ਸਾਰੇ ਸ਼ਾਮਲ ਹੋਏ ਅਸੀਂ। ਢੀਂਡਸਾ ਸਾਹਿਬ ਉੱਥੇ ਮੁੱਖ ਬੁਲਾਰੇ ਬਣ ਕੇ ਗਏ। ਕੀ ਸੰਦੇਸ਼ ਦੇ ਰਹੇ ਸੀ ਕਿ ਢੀਂਡਸਾ ਸਾਹਿਬ ਦੀ ਲੀਡਰਸ਼ਿਪ ਦੇ ਹੇਠ ਅਸੀਂ ਇੱਕ ਵੱਡਾ ਕੰਸੈਂਸਸ ਪੈਦਾ ਕਰ ਰਹੇ ਹਾਂ। ਉਸ ਤੋਂ ਬਾਅਦ ਢੀਂਡਸਾ ਸਾਹਿਬ ਨੇ ਸਭ ਤੋਂ ਵੱਡੀ ਮੀਟਿੰਗ
ਸੰਗਰੂਰ 'ਚ ਕੀਤੀ, ਜਿਹਦੇ 'ਚ ਮੇਰਾ ਖਿਆਲ ਆ 30-40 ਹਜ਼ਾਰ ਬੰਦਾ ਹੋਊਗਾ, ਜਿਹਦੇ 'ਚ ਸੁਖਬੀਰ ਬਾਦਲ ਨੂੰ ਪਾਰਟੀ 'ਚੋਂ ਕੱਢਿਆ। ਔਰ ਉੱਥੇ ਵੀ ਬਤਾ ਇਹ ਸੀ ਕਿ ਤੁਸੀਂ ਢੀਂਡਸਾ ਸਾਹਿਬ ਅੱਗੇ ਲੱਗੋ, ਸਾਰਾ ਪੰਥ ਤੁਹਾਡੇ ਨਾਲ ਹੈ। ਅਸੀਂ ਉਹਨਾਂ ਨੂੰ ਇਹ ਕਹਿ ਰਹੇ ਸੀ ਵੀ ਹੁਣ ਵਕਤ ਆ ਗਿਆ, ਆਪਾਂ ਢੀਂਡਸਾ ਸਾਹਿਬ ਨੂੰ ਪ੍ਰਧਾਨ ਬਣਾ ਕੇ ਤੇ ਤੁਸੀਂ ਸਰਪ੍ਰਸਤ ਬਣ ਜਾਓ। ਇਹ ਅਸੀਂ ਉਹਨਾਂ ਨੂੰ ਬ੍ਰਹਮਪੁਰਾ ਸਾਹਿਬ ਨੂੰ ਕਹਿ ਰਹੇ ਸੀ। ਉਸ ਰਜ਼ਾਮੰਦ ਤਾਂ ਹੋ ਗਏ, ਢੀਂਡਸਾ ਸਾਹਿਬ ਨੂੰ ਕਹਿ ਵੀ ਦਿੱਤਾ ਕਿ ਤੁਸੀਂ ਪ੍ਰਧਾਨ ਬਣ ਜਾਓ, ਪਰ ਕਹਿੰਦੇ ਪ੍ਰਧਾਨ ਤੁਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬਣ ਜਾਓ, ਸਾਡੇ 'ਚ ਸ਼ਾਮਲ ਹੋ ਜਾਓ। ਸਮਝ ਗਏ ਨਾ? ਢੀਂਡਸਾ ਸਾਹਿਬ ਨੇ ਕਿਹਾ ਵੀ ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਦੱਸਾਂਗਾ। ਅਸੀਂ ਬ੍ਰਹਮਪੁਰਾ ਸਾਹਿਬ ਨੂੰ ਇਹ ਕਹਿੰਦੇ ਸੀ ਵੀ ਸ਼ਰਤਾਂ ਨਾ ਲਾਓ, ਪੰਥ ਦੇ ਵਡੇਰੇ ਹਿੱਤਾਂ 'ਚ ਕੋਈ ਸ਼ਰਤ ਨਾ ਲਾਓ। ਜਦ ਆਪਾਂ ਇਹ ਮੰਨ ਲਿਆ ਕਿ ਢੀਂਡਸਾ ਸਾਹਿਬ ਨੂੰ ਪ੍ਰਧਾਨ ਬਣਾਉਣਾ, ਫਿਰ ਉਹਨਾਂ ਨੂੰ ਅੱਗੇ ਲਾ ਕੇ ਚੱਲੋ, ਆਪਾਂ ਤੁਸੀਂ ਸਰਪ੍ਰਸਤੀ ਕਰੋ, ਤੁਸੀਂ ਵੱਡੇ ਹੋ, ਠੀਕ ਹੈ ਨਾ। ਸਾਡਾ ਹੁਣ ਪਿੱਛੇ ਹਟਣਾ ਮੁਸ਼ਕਿਲ ਆ। ਦੇਖੋ ਅਸੀਂ 5 ਮੀਟਿੰਗਾਂ ਪਬਲਿਕਲੀ ਕਮਿਟ ਕਰ ਚੁੱਕੇ ਹਾਂ ਸਾਰੇ ਉਹਨਾਂ ਨਾਲ, ਅਤੇ ਸਾਨੂੰ ਤੇ ਨਾਲ ਹੁਣ ਜਾਣਾ ਪੈਣਾ। ਔਰ ਢੀਂਡਸਾ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਕਿ ਲੁਧਿਆਣੇ ਦੀ ਮੀਟਿੰਗ ਵਾਸਤੇ ਜਿਹੜੀ 7 ਤਰੀਕ ਨੂੰ ਸੀ, ਕਿ ਤੁਸੀਂ ਉਹਨਾਂ ਨੂੰ ਸੱਦਾ ਪੱਤਰ ਦਿਓ। ਢੀਂਡਸਾ ਸਾਹਿਬ ਰਾਤ ਨੂੰ PGI 'ਚ ਗਏ ਆਸ਼ੀਰਵਾਦ ਲੈਣ ਵਾਸਤੇ, ਠੀਕ ਹੈ ਨਾ। ਉਹਨਾਂ ਨੇ ਇਹ ਕਹਿ ਦਿੱਤਾ ਵੀ ਜੀ ਸਵੇਰੇ ਤੁਸੀਂ ਕੋਈ ਪਾਰਟੀ ਨਾ ਬਣਾਓ, ਸਵੇਰ ਦੀ ਮੀਟਿੰਗ ਮੁਲਤਵੀ ਕਰ ਦਿਓ। ਇੱਕ ਤਾਂ ਹੋ ਸਕਦਾ ਜਿਹੜੀ ਐਡੀ ਵੱਡੀ ਤੁਸੀਂ ਕੰਸੈਂਸਸ ਕਰਕੇ ਮੀਟਿੰਗ ਹੋ ਰਹੀ ਹੈ। ਸੋ ਸਾਨੂੰ ਉਹਨਾਂ ਦਾ ਸੱਦਾ ਸੀ, ਅਸੀਂ ਸੱਦਾ ਪ੍ਰਵਾਨ ਕਰ ਲਿਆ, ਅਸੀਂ ਉਹ ਮੀਟਿੰਗ 'ਚ ਚਲੇ ਗਏ। ਉੱਥੇ ਜਿੱਥੇ ਹੋਰਾਂ ਨੇ ਨਾਂ ਪੇਸ਼ ਕੀਤੇ, ਉਹ ਸਾਡੇ ਵੱਲੋਂ ਸੇਵਾ ਸਿੰਘ ਸੇਖਵਾ ਨੇ ਢੀਂਡਸਾ ਸਾਹਿਬ ਦੇ ਨਾਂ ਦੀ ਤਾਈਦ ਮਜੀਦ ਕੀਤੀ। ਜਕਾਰਿਆਂ ਨਾਲ ਸੰਗਤ ਨੇ ਉਹਨਾਂ ਨੂੰ ਪ੍ਰਧਾਨ ਚੁਣ ਲਿਆ। ਜਕਾਰੇ ਲਾਉਣ ਵਾਲਿਆਂ 'ਚ ਅਸੀਂ ਵੀ ਸੀ ਵੀ ਜਾਂ ਜਕਾਰੇ ਛੱਡ ਤੇ ਗੁਰੂ ਮਹਾਰਾਜ ਦੀ ਹਾਜ਼ਰੀ 'ਚ, ਫਿਰ ਉਹ ਤੋਂ ਪਿੱਛੇ ਹਟਣ ਦਾ ਤਾਂ ਕੋਈ ਮਤਲਬ ਨਹੀਂ। ਇਸ ਕਰਕੇ ਅਸੀਂ ਉਹਨਾਂ ਦੇ ਨਾਲ ਬ੍ਰਹਮਪੁਰਾ ਸਾਹਿਬ ਦੀ ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ, ਤੰਦਰੁਸਤ ਹੋਣ। ਅੱਜ ਵੀ ਉਹਨਾਂ ਨੂੰ ਖੁੱਲ੍ਹਾ ਸੱਦਾ ਕਿ ਉਹ ਸਾਰੀ ਇਸ ਲਹਿਰ ਨੂੰ, ਬਾਦਲਾਂ ਦੇ ਜਿਹੜੀ ਉਲਟ ਪੰਜਾਬ 'ਚ ਚੱਲ ਰਹੀ ਹੈ, ਸ਼੍ਰੋਮਣੀ ਕਮੇਟੀ ਨੂੰ ਔਰ ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਇਸ ਲਹਿਰ ਦੀ ਸਰਪ੍ਰਸਤੀ ਕਰਨ। ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਔਰ ਨਾਲ ਬੇਨਤੀ ਹੈ ਫਿਰ ਬਾਰ-ਬਾਰ ਕਿ ਉਹ ਆਪਣੀ ਸਰਪ੍ਰਸਤੀ ਸਾਨੂੰ ਦੇਣ। ਬਹੁਤ ਇਹ ਸਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਆਗੂ ਵੀਰ ਦਵਿੰਦਰ ਸਿੰਘ, ਜਿਨ੍ਹਾਂ ਨੇ ਗਲੋਬਲ ਪੰਜਾਬ TV ਦੇ ਨਾਲ ਗੱਲਬਾਤ ਕੀਤੀ ਹੈ ਅਤੇ ਸਵਾਲਾਂ ਦੇ ਸਿੱਧੇ ਜਵਾਬ ਦਿੱਤੇ ਨੇ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਦੀਪ ਸਿੰਘ ਭੋੜੇ, ਗਲੋਬਲ ਪੰਜਾਬ TV ਪਟਿਆਲਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।